ਸਾਹਿਬ ਦੀ ਮੀਡੀਆ ਤੇ ਪ੍ਰੈਸ ਦੇ ਰਿਪਰੈਜ਼ੈਂਟੇਟਿਵ ਸਾਹਿਬਾਨ, ਅੱਜ ਆਪ ਜੀ ਨੂੰ ਇਸ ਕਰਕੇ ਤਕਲੀਫ ਦਿੱਤੀ ਹੈ। ਸਾਡੇ ਕੋਲ ਪਾਰਟੀ ਦੇ ਬਿਹਾਫ 'ਤੇ ਇੱਕ ਬਹੁਤ ਹੀ ਗਹਿਰਾ ਪ੍ਰੂਫ ਜਾਂ ਸਬੂਤ ਆਏ ਨੇ ਜੋ ਹਰਦੀਪ ਸਿੰਘ ਸਿੱਧੂ ਦੀ ਐਕਸੀਡੈਂਟ ਬਾਰੇ, ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੀ ਟੀਮ ਪਹੁੰਚੀ ਹੈ। ਸਾਡੇ ਜਨਰਲ ਸਕੱਤਰ ਸਰਦਾਰ ਪੁਸ਼ਪਾਲ ਸਿੰਘ ਮਾਨ, ਉਹਨਾਂ ਦੇ ਨਾਲ ਬੀਬੀ ਅਮਨਦੀਪ ਕੌਰ, ਉਹਨਾਂ ਬਾਰੇ ਜਨਰਲ ਸਕੱਤਰ ਸਾਹਿਬ ਸਾਡੀ ਜਾਣਕਾਰੀ ਦੇਣਗੇ ਤੇ ਅਗਲੀ ਸਾਰੀ ਕਾਰਵਾਈ ਦੀ ਜਿਹੜੀ ਜਾਣਕਾਰੀ ਹੈ ਉਹ ਬੀਬਾ ਜੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੀਬਾ ਅਮਨਦੀਪ ਕੌਰ ਗਿੱਲ ਨੇ ਜੀ, ਇਹ ਫਿਰੋਜ਼ਪੁਰ ਤੋਂ ਨੇ। ਇਹਨਾਂ ਨੇ ਕਾਫੀ ਲੰਬਾ ਸਮਾਂ ਆਮ ਆਦਮੀ 'ਚ ਕੰਮ ਕੀਤਾ ਹੈਗਾ ਤੇ ਇਹ ਉਹ ਬੀਬਾ ਜੀ ਨੇ ਜਿਨ੍ਹਾਂ ਨੇ ਜਦੋਂ ਪਿਛਲੀ ਇਲੈਕਸ਼ਨ 'ਚ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਦੋਸ਼ ਲੱਗੇ ਸੀ ਦੁਰਗੇਸ਼ ਪਾਠਕ ਵਗੈਰਾ, ਤੇ ਇਹਨਾਂ ਨੇ ਕੇਜਰੀਵਾਲ ਦੇ ਘਰ ਜਾ ਕੇ ਦਿੱਲੀ ਧਰਨਾ ਵੀ ਦਿੱਤਾ ਸੀ। ਸੋ ਇਹ ਸਾਰੇ ਉਹਦੇ ਫਾਰਮਰ ਜਿਹੜੇ ਕਿਸਾਨੀ ਸੰਘਰਸ਼ 'ਚ ਵੀ ਦੀਪ ਦੇ ਨਾਲ ਰਹੇ ਸੀ। ਇਹ ਹੁੱਡਾ ਸਾਹਿਬ ਨੇ, ਇਹ ਰੋਹਤਕ ਜ਼ਿਲ੍ਹੇ ਤੋਂ ਨੇ, ਧਰਮਿੰਦਰ ਹੁੱਡਾ ਜੀ। ਇਹ ਉੱਥੇ ਐਕਸੀਡੈਂਟ ਸਾਈਟ 'ਤੇ ਸੀਗੇ ਜਦੋਂ ਸਾਰਾ ਹੋਇਆ, ਤੇ ਇਹ ਅੱਜ ਇੱਥੇ ਆਏ ਨੇ ਵੀ ਉੱਥੇ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇਹਨਾਂ ਕੋਲ ਐਕਚੁਅਲ ਫੋਟੋਗ੍ਰਾਫਸ ਹੈਗੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਉਹ ਭਾਈ ਸਾਹਿਬ ਵੀ ਹਰਿਆਣੇ ਤੋਂ ਆਏ ਨੇ। ਇਹ ਸਾਰੇ ਦੀਪ ਨਾਲੇ ਕਿਸਾਨੀ ਸੰਘਰਸ਼ ਇਕੱਠੇ ਸੀਗੇ। ਸੋ ਇਹਨਾਂ ਨੂੰ ਉੱਧਰੋਂ ਕੋਈ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ, ਤੇ ਅੱਜ ਇਹ ਇੱਥੇ ਪ੍ਰਧਾਨ ਸਾਹਿਬ ਵੱਲ ਆਏ ਸੀਗੇ ਵੀ ਅਸੀਂ ਜਾ ਕੇ ਮਦਦ ਲਈਏ ਦੀਪ ਦੇ ਲਈ। ਤੇ ਫਿਰ ਅਸੀਂ ਸੋਚਿਆ ਵੀ ਤੁਹਾਨੂੰ ਸਭ ਨੂੰ ਵੀ ਇਹਦੇ ਵਿੱਚ ਤੁਹਾਨੂੰ ਸਭ ਨੂੰ ਵੀ ਸ਼ੇਅਰ ਕਰੀਏ ਕੀ ਕਹਿਣਾ ਚਾਹੁੰਦੇ ਨੇ। ਤੇ ਅਮਨ ਹੋਰੀ ਪ੍ਰੋਸੀਡਿੰਗ ਸ਼ੁਰੂ ਕਰਨਗੇ। ਇਹ ਪਹਿਲਾਂ ਗੱਲ ਕਰ ਲੈਣਗੇ, ਫਿਰ ਧਰਮਿੰਦਰ ਜੀ ਕਰ ਲੈਣਗੇ, ਭਾਈ ਸਾਹਿਬ ਨੇ ਕਰਨੀ ਹੋਏਗੀ ਉਹ ਵੀ ਕਰ ਲੈਣਗੇ, ਫਿਰ ਕੋਈ ਤੋਂ ਬਾਅਦ ਆਪਣੇ ਸਵਾਲ ਹੋਏ ਇਹਨਾਂ ਨੂੰ ਆਪਾਂ ਲੈ ਲਾਂਗੇ। मेरा नाम अमनदीप कौर गिल है। मैं फिरोजपुर बतौर डिस्ट्रिक्ट कोआर्ਡੀਨੇਟਰ आम आदमी पार्टी का 12 तो लैके सितंबर 15 तक वर्क किया। पर जो मैनू ये पता लग्या कि पंजाब के प्रति केजरीवाल ਦੀਆਂ मारू नीतियां ने, वो सिख विरोधी चेहरा है, तो मैं उस पार्टी तो अस्तीफा दे दिता। क्योंकि जो एक 52 कुड़ियां का सैक्सूअल ਹਰਾਸਮੈਂਟ ਦਾ ਕੇਸ ਸਾਹਮਣੇ ਆਉਂਦਾ, ਉਹਨਾਂ ਦੀ ਐਪਲੀਕੇਸ਼ਨਸ ਆਉਂਦੀਆਂ ਨੇ, ਮੇਰਾ ਭਗਵੰਤ ਮਾਨ ਨੂੰ ਕਹਿਣਾ ਉਦੋਂ ਡਾਕਟਰ ਦਲਜੀਤ ਜੀ ਜਿਨ੍ਹਾਂ ਦਾ ਆਈ ਹਸਪੀਟਲ ਹੈ ਉਹ ਵੀ ਜਿੰਦਾ ਸੀਗੇ, ਉਹਨਾਂ ਨੂੰ ਕੰਪਲੇਂਟ ਦੇਣੀ ਆ, ਪਰ ਉਹਨਾਂ 'ਤੇ ਕੋਈ ਕਾਰਵਾਈ ਨਾ ਹੋਣੀ ਤੇ ਇਹ ਕਹਿ ਲੈਣਾ ਕਿ ਤੁਸੀਂ ਕੰਪਰੋਮਾਈਜ਼ ਕਰੋ ਜਾਂ ਇਹਨਾਂ ਨੂੰ ਬਿਠਾ ਦਿਓ। ਤਾਂ ਮੈਨੂੰ ਲੱਗਿਆ ਕਿ ਇਹ ਆਮ ਆਦਮੀ ਪਾਰਟੀ ਵਾਕਈ ਹੀ ਆਮ ਆਦਮੀ ਪਾਰਟੀ ਆ, ਔਰਤਾਂ ਦੀ ਇਹਦੇ ਵਿੱਚ ਕੋਈ ਇੱਜ਼ਤ ਨਹੀਂ ਹੈਗੀ। ਤਾਂ ਬੜਾ ਮਨ ਨੂੰ ਧੱਕਾ ਲੱਗਿਆ ਕਿ ਇਹ ਸਾਡੀਆਂ ਚੁੰਨੀਆਂ ਨੂੰ ਹੱਥ ਪਾਉਣ ਤੱਕ ਆ ਗਏ ਆ, ਤੇ ਇਹ ਨੀਤੀਆਂ ਇਹਨਾਂ ਦੀਆਂ ਕੀ ਹੋ ਸਕਦੀਆਂ ਨੇ। 4 ਸਿੱਖ ਐਮਐਲਏ ਸਾਡੇ ਜਿੱਤਦੇ ਨੇ ਉਹਨਾਂ ਦੇ ਸੈਕਿੰਡ ਇਲੈਕਸ਼ਨ ਦੇ ਵਿੱਚ, ਤੇ ਕਿਸੇ ਨੂੰ ਵੀ ਕੈਬਨਿਟ ਨਹੀਂ ਦਿੱਤੀ ਜਾਂਦੀ। ਤਾਂ ਉਦੋਂ ਸਮਝ ਆਇਆ ਕਿ ਇਹ ਸਿੱਖ ਵਿਰੋਧੀ ਚਿਹਰਾ ਹੈ। ਸੋ ਜਿਹੜੀ ਆਮ ਆਦਮੀ ਪਾਰਟੀ ਆ, ਇਹ ਡਰਾਮੇਬਾਜ਼, ਚਰਿੱਤਰਹੀਣ ਤੇ ਸਿਰਫ ਦਾਰੂਬਾਜ਼ਾਂ ਦੀ ਪਾਰਟੀ ਹੈ। ਇਸ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਕੁਛ ਨਹੀਂ ਹੈਗੀ। ਇਹ ਲੇਪ ਹੈ ਤੇ ਨੀਚੇ ਦੀ ਨੀਚੇ ਰੂੜੀ ਹੈ। ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਉਹ ਖੁਦ ਸ਼ਰਾਬੀ ਨੇ। ਸਾਰੇ ਕਹਿ ਦਿੰਦੇ ਨੇ ਕਿ ਉਹ ਸਿਰਫ ਸ਼ਰਾਬ ਹੀ ਪੀਂਦੇ ਨੇ, ਪਰ ਕਿਉਂ ਅਸੀਂ ਭਗਵੰਤ ਮਾਨ ਨੂੰ ਇੱਕ ਸ਼ਰਾਬੀ ਨੂੰ ਆਪਣਾ ਸੀਐਮ ਬਣਾਈਏ? ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਨੇ ਸਾਡੇ ਪੁੱਤ ਚਿੱਟੇ ਤੇ ਲਾ ਦਿੱਤੇ, ਚਿੱਟਾ ਇੰਨਾ ਕੁ ਫੈਲਾ ਦਿੱਤਾ, ਨਸ਼ਾ ਇੰਨਾ ਕੁ ਫੈਲਾ ਦਿੱਤਾ, ਤੇ ਰਹਿੰਦੀ ਖੁੰਦੀ ਕਸਰ ਇਹ ਆਮ ਆਦਮੀ ਪਾਰਟੀ ਹੈ ਜਿਹੜੀ, ਜੇ ਹੁਣ ਇੱਕ ਸ਼ਰਾਬੀ ਨੂੰ ਸੀਐਮ ਬਣਾ ਲਾਂਗੇ ਤਾਂ ਸਾਡੀ ਨੌਜਵਾਨੀ, ਸਾਡੀ ਹੋਂਦ, ਸਾਡੀ ਨਸਲ ਕਿੱਧਰ ਨੂੰ ਤੁਰ ਪਊਗੀ, ਇਹ ਸਾਨੂੰ ਸੋਚਣਾ ਪੈਣਾ ਹੈ। ਕਹਿੰਦੇ ਜੀ ਆਮ ਆਦਮੀ ਪਾਰਟੀ, ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਵੀ ਔਰਤਾਂ ਦੀ ਕੋਈ ਇੱਜ਼ਤ ਨਹੀਂ ਹੈਗੀ, ਉਵੇਂ ਹੀ ਇਹ ਔਰਤਾਂ ਦੀ ਇੰਨੀ ਕੁ ਇੱਜ਼ਤ ਕਰਦੇ ਨੇ। ਕਹਿੰਦੇ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਲਈ ਵਾਈਨ ਸ਼ਾਪ ਤੱਕ ਖੋਲ੍ਹਦੀਆਂ, ਉਹ ਵੀ 300 ਨਿਊਜ਼ ਦੀ ਕਟਿੰਗ ਹੈ। 300 ਵਾਈਨ ਸ਼ਾਪ ਖੋਲ੍ਹ ਦਿੰਦੇ ਨੇ, ਜਿੱਥੇ ਦੂਸਰੀਆਂ ਪਾਰਟੀਆਂ ਚਿੱਟੇ ਤੇ ਦੂਸਰਾ ਨਸ਼ੇ ਤਸਕਰਾਂ ਨੂੰ ਉਹ ਦੇ ਰਿਹਾ, ਤੇ ਹੁਣ ਮਹਿਲਾਵਾਂ ਦੇ ਲਈ ਜਿੱਥੇ ਵਾਈਨ ਸ਼ਾਪ ਖੁੱਲ੍ਹ ਜਾਣੀ ਹੈ ਤਾਂ ਸਾਡਾ ਪੰਜਾਬ ਮਾਈ ਭਾਗੋ ਦੀਆਂ ਵਾਰਸਾਂ ਕਿੱਧਰ ਨੂੰ ਤੁਰ ਜਾਣਗੀਆਂ। ਇੱਥੋਂ ਸ਼ੱਕ ਪੈਂਦਾ ਹੈ ਵੀ ਜਿਹੜੀ ਇਹ RSS ਦੀ ਹੀ ਪਲਾਨਿੰਗ ਆ, ਸਾਡੀਆਂ ਬੱਚਿਆਂ ਨੂੰ ਖਤਮ ਕਰਨ ਦੀ, ਜਿਹੜੀ ਸਾਡੀਆਂ ਪੱਗਾਂ ਤੇ ਚੁੰਨੀਆਂ ਨੂੰ ਖਤਮ ਕਰਨ ਦੀ ਜਿਹੜੀ ਇਹ ਸਿਰ ਤੇ ਚੁੱਲੇ ਹੋਏ ਨੇ। ਫਿਰ ਸਿੱਖ ਕਤਲੇਆਮ ਦੀ ਗੱਲ ਕਰੀਏ ਤਾਂ ਕੇਜਰੀਵਾਲ ਦਾ ਇਹ ਕਹਿਣਾ ਸੀ ਜਦੋਂ ਫਸਟ ਇਲੈਕਸ਼ਨ ਹੁੰਦਾ MP ਦਾ, ਕਿ ਸਿੱਖਾਂ ਦੇ ਪਰਿਵਾਰਾਂ ਨਾਲ ਜੋ ਤਸ਼ੱਦਦ ਹੋਈ ਹੈ ਉਹਨਾਂ ਦੇ ਲਈ ਇੱਕ ਸਿੱਟ ਬਣਾਈ ਗਈ ਹੈ, ਇੱਕ ਆਫਿਸ ਬਣਾਇਆ ਗਿਆ ਦਿੱਲੀ ਦੇ ਵਿੱਚ, ਪਰ ਉਹਦਾ ਐਡਰੈਸ ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਇਹ ਸਿੱਖ ਵਿਰੋਧੀ ਚਿਹਰਾ ਇੰਨਾ ਕੁ ਸਮਝ ਆਉਂਦਾ ਕਿ ਜਿਹੜੇ ਪਰਿਵਾਰਾਂ ਦੇ ਨਾਲ ਤਸ਼ੱਦਦ ਹੋਇਆ, ਜਿਹਨੇ ਤਸ਼ੱਦਦ ਕੀਤਾ, ਟਾਈਟਲਰ ਵਰਗਾ ਬੰਦਾ, ਉਹਦੇ ਨਾਲ ਇਹ ਹੱਥ ਮਿਲਾਉਂਦਾ ਹੈ ਤੇ ਦਿਲ ਤੇ ਬਹੁਤ ਸੱਟ ਵੱਜਦੀ ਹੈ। ਸੋ ਇਹ ਕਾਰਨ ਰਹਿ ਗਏ, ਹੋਰ ਬਹੁਤ ਸਾਰੇ ਕਾਰਨ ਨੇ। ਜਦੋਂ ਇਹਦੀ ਕੈਬਨਿਟ ਦੇ ਉੱਤੇ ਸੰਦੀਪ ਸਿੰਘ ਵਰਗਾ MLA, ਜਿਹਨੂੰ ਕਿ ਕੈਬਨਿਟ ਦਿੱਤੀ ਗਈ ਸੀਗੀ, ਬਾਲ ਤੇ ਇਸਤਰੀ ਵਿੰਗ ਦਾ ਕੈਬਨਿਟ ਦਿੱਤੀ ਗਈ ਸੀ, ਮੰਤਰੀ ਬਣਾਇਆ ਗਿਆ ਸੀ, ਉਹਦੇ ਤੇ ਰੇਪ ਕੇਸ ਹੁੰਦੇ ਆ 4 ਤੇ ਉਹਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਇਹਨਾਂ ਦਾ ਭਾਰਤੀ ਸੀਗਾ ਇੱਕ ਸੋਮਨਾਥ ਭਾਰਤੀ, ਉਹਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਉੱਥੋਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਡਾ ਕਦੀ ਵੀ ਫੇਵਰ ਨਹੀਂ ਕਰ ਸਕਦਾ। ਹੁਣ ਕਿਸਾਨੀ ਅੰਦੋਲਨ ਦੇ ਵਿੱਚ ਹੀ ਜੇ ਅਸੀਂ ਦੇਖ ਲਈਏ, ਸਾਡੇ ਇੱਥੋਂ ਬੱਚੇ ਜਿਨ੍ਹਾਂ ਤੇ ਕੇਸ ਪਾਏ ਗਏ,
ਦਿੱਲੀ ਪੁਲਿਸ ਵੱਲੋਂ ਕੇਸ ਪਾਏ ਗਏ ਉਹਨਾਂ ਬੱਚਿਆਂ ਦੀ ਸਿਹਤ ਤੱਕ ਲੈਣ ਨਹੀਂ ਕੇਜਰੀਵਾਲ ਗਿਆ। ਉਹਨਾਂ ਨੂੰ ਅੱਤਵਾਦੀ, ਖਾਲਿਸਤਾਨੀ, ਮਾਓਵਾਦੀ ਕਿਹਾ ਗਿਆ ਤੇ ਉਹਨਾਂ ਦੇ ਵਿੱਚ ਸਿੱਧਾ ਕੇਜਰੀਵਾਲ ਦਾ ਵੀ ਹੱਥ ਸੀਗਾ। ਜ਼ਮਾਨਤ ਬਹੁਤ ਦੂਰ ਦੀ ਗੱਲ ਆ, ਇੱਕ ਸੀਐਮ ਹੋਣ ਦੇ ਨਾਤੇ ਉਹਨਾਂ ਪਰਿਵਾਰਾਂ ਤੱਕ ਪਹੁੰਚ ਹੋ ਸਕਦੀ ਸੀ, ਪਰ ਕਿਸੇ ਨੇ ਪਹੁੰਚ ਨਹੀਂ ਕੀਤੀ। ਸਾਡੇ ਬਜ਼ੁਰਗ ਜਿਹੜੇ ਉੱਥੇ ਲਗਾਤਾਰ ਧਰਨੇ ਤੇ ਬੈਠੇ ਗਏ, ਇਸ ਕੇਜਰੀਵਾਲ ਦੀ ਗਵਰਨਮੈਂਟ ਤੇ ਹੁੰਦੇ ਹੋਏ ਵੀ ਉਹਨਾਂ ਦਾ ਪੀਣ ਤੱਕ ਦਾ ਪਾਣੀ ਬੰਦ ਕੀਤਾ ਗਿਆ। ਜਿੰਨਾ ਵੀ ਤਸ਼ੱਦਦ ਸੀ ਉਹਦੇ ਵਿੱਚ ਇਹ ਖੁਦ ਜ਼ਿੰਮੇਵਾਰ ਆ। ਸੋ ਕੇਜਰੀਵਾਲ ਦਾ ਤਾਂ ਪੋਲ ਖੋਲ ਅਭਿਆਨ ਮੈਂ 17 ਵਿੱਚ ਵੀ ਚਲਾਇਆ ਸੀ, ਹੁਣ ਵੀ ਪਿੰਡ ਜਾ ਕੇ ਏਕੇ ਵਰਸਸ ਏਕੇ ਕਰਦੀ ਹਾਂ। ਅਰਵਿੰਦ ਕੇਜਰੀਵਾਲ ਵਰਸਸ ਅਮਨਦੀਪ ਕੌਰ ਕਰ ਰਹੀ ਹਾਂ ਤੇ ਪਿੰਡ ਜਾ ਕੇ ਇਹਦੇ ਜਿਹੜੀਆਂ ਕਾਲੀਆਂ ਨੀਤੀਆਂ ਨੇ, ਮਾਰੂ ਨੀਤੀਆਂ ਨੇ, ਚਾਹੇ ਕਿਵੇਂ RSS ਦਾ ਪਲਾਂਟ ਕੀਤਾ ਹੋਇਆ ਬੰਦਾ ਹੈ, ਸਾਰਿਆਂ ਨੂੰ ਦੱਸ ਰਿਹਾ। ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਕਾਮਨਵੈਲਥ ਗੇਮ ਤੋਂ ਬਾਅਦ ਕਿਵੇਂ RSS ਵਾਲਿਆਂ ਨੇ ਆਪਦੇ ਬਾਬਾ ਰਾਮਦੇਵ ਤੇ ਬਾਕੀਆਂ ਨੂੰ ਲਾ ਕੇ ਇਸ ਪਾਰਟੀ ਪਹਿਲਾਂ ਇਹਦਾ ਅੰਦੋਲਨ ਕਰਵਾਇਆ, ਅੰਨਾ ਅੰਦੋਲਨ, ਤੇ ਉਸ ਤੋਂ ਬਾਅਦ ਕਿਵੇਂ ਇਹਨੂੰ ਇੱਕ ਪਾਰਟੀ ਦੇ ਰੂਪ ਵਿੱਚ ਉਭਾਰਿਆ, ਆਪੋਜੀਸ਼ਨ ਖਤਮ ਕੀਤੀ ਤੇ ਕਿਵੇਂ ਪੰਜਾਬ ਦੇ ਵਿੱਚ ਵਾੜਿਆ। ਸਾਡਾ ਸਿਰਫ ਇਹ ਫੰਡ ਇਕੱਠਾ ਕਰਨਾ ਹੁੰਦਾ, ਸਾਡੇ ਇਮੋਸ਼ਨਸ ਦੇ ਉੱਤੇ ਮਤਲਬ ਸਾਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਫੰਡ ਇਕੱਠਾ ਕਰਕੇ ਇਹ ਆਪਦੀ ਉੱਥੇ ਐਡ ਕਰ ਰਿਹਾ। ਕੋਈ ਮਹੱਲਾ ਕਲੀਨਿਕ ਨਹੀਂ ਹੈ, ਕੋਈ ਦਿੱਲੀ ਦੇ ਵਿੱਚ ਮਾਡਲ ਨਹੀਂ ਹੈ, ਕੁਛ ਨਹੀਂ ਹੈ, ਸਿਰਫ ਟੋਟਲੀ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ। ਕੁਛ ਵੀ ਐਸਾ ਵਰਕ ਨਹੀਂ ਇਹਨੇ ਕੀਤਾ ਸਿਵਾਏ ਸਾਡੀ ਨਸਲਕੁਸ਼ੀ ਕਰਨ ਦੇ ਵਿੱਚ ਸਭ ਤੋਂ ਵੱਧ ਕੇਜਰੀਵਾਲ ਲੱਗੇ ਹੈ ਜੀ। ਤੇ ਮੈਨੂੰ ਲੱਗਦਾ ਮੈਂ ਦੀਪ ਸਿੱਧੂ ਦਾ ਜ਼ਿੰਮੇਵਾਰ ਵੀ ਕੇਜਰੀਵਾਲ ਨੂੰ ਹੀ ਸਮਝਦੀ ਹਾਂ, ਕਿਉਂਕਿ ਬਾਈ ਦੀਪ ਪਹਿਲੇ ਦਿਨ ਤੋਂ ਇੱਥੋਂ ਜੇ ਅਸੀਂ ਤੁਰੇ ਵੀ ਸੀ, ਸ਼ੰਭੂ ਤੋਂ ਸਾਨੂੰ ਲਿਜਾਣ ਵਾਲਾ, ਸਾਡੀ ਮੁਰਦਾ ਜ਼ਮੀਰਾਂ ਨੂੰ ਜਗਾਉਣ ਵਾਲਾ ਸਿਰਫ ਬਾਈ ਦੀਪ ਹੀ ਸੀਗਾ। ਮੈਂ ਕਹਿੰਦੀ ਆ ਵੀ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਤੁਹਾਡੇ ਥਰੂ ਮੈਂ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਬਾਈ ਦੀਪ ਹੈ ਜਿਹੜਾ ਉਹ ਜੋਬਨ ਉੱਤੇ ਚੱਲਿਆ ਗਿਆ, ਉਹ ਫੁੱਲ ਬਣੇ ਜਾਂ ਤਾਰਾ, ਪਰ ਸਾਨੂੰ ਉਹਨੂੰ ਚਮਕਾਉਣਾ ਪੈਣਾ ਹੈ। ਜਦੋਂ ਦਾ ਬਾਈ ਦੀਪ ਝਾੜੂ ਵਾਲਿਆਂ ਦੇ ਖਿਲਾਫ ਬੋਲ ਰਿਹਾ, ਕਿਉਂਕਿ ਵਾਕਈ ਹੀ ਗੁਰੂ ਸਾਹਿਬ ਨੇ ਜੋ ਸਾਨੂੰ ਬਖਸ਼ਿਆ ਸੀ ਅਸੀਂ ਉਹਨੂੰ ਭੁੱਲ ਕੇ ਇੱਕ ਝਾੜੂ, ਕਿਉਂਕਿ ਇਹ ਸਾਨੂੰ ਗਧੇ ਸਮਝਦੇ ਆ ਵੀ ਇਹਨਾਂ ਤੋਂ ਸਫਾਈ ਕਰਾਈ ਚੱਲੋ, ਇਹ ਝਾੜੂ ਵਾਲਿਆਂ ਤੇ ਮਗਰ ਜਦੋਂ ਅਸੀਂ ਤੁਰੇ ਹੋਏ ਆ ਜਾਂ ਬਾਈ ਦੀਪ ਉਦੋਂ ਦਾ ਕਰ ਰਿਹਾ, ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਹੱਥ ਉਹਨਾਂ ਦਾ ਹੈਗਾ। ਸੋ ਬਾਕੀ ਤੁਹਾਨੂੰ ਧਰਮਿੰਦਰ ਵੀਰ ਜੀ ਦੱਸ ਦੇਣਗੇ ਬਹੁਤ ਡੀਪਲੀ ਕਿ ਉੱਥੇ ਸੀਗੇ। देखो ये धर्मेंद्र हुड्डा रोहतक से, तो परसों जो एक्सीडेंट हुआ उसके बाद की जो चीज़ें सामने आई वो देखी हमने वहाँ, और जिस तरह से आपने वो गाड़ी के फ़ोटो शायद नहीं देखे होंगे, वो मेरे पास फ़ोन में, मैं आपको दिखा दूँ। गाड़ी आधी गाड़ी बिल्कुल ख़त्म हो रखी है, ऊपर की छत फोल्ड होके पीछे जा रखी है, शीशा ख़त्म है, बिल्कुल आगे से ख़त्म है। और वहाँ पे बताया कि 120 की स्पीड में जो गाड़ी है ट्रक में लगी है। उसके बाद अधिकारियों के बयान आए कि ट्रक खड़ा हुआ था, खड़े ट्रक में लगी है। अगर ट्रक कोई भी ऐसा बंदा नहीं है जो हाईवे पे गाड़ी या ट्रक चलाता हो बीच में खड़ा होगा, बहुत कम चांस होते हैं। अगर खराब हो जाए तो वो तो एक अलग चीज़ है। ये बोले कि बीच में उसने साइड में लगा, साइड में लगाओ तो एक कॉर्नर में लगा होगा, 3 लाइन है, अगर एक कॉर्नर में पहली वाली लाइन में लगाएगा तो राइट साइड से गाड़ी नहीं, एक्सीडेंट नहीं हो सकती, क्योंकि उसके उस तरफ तो फिर कुछ रहता ही नहीं, लाइन ही नहीं है। अगर बीच वाली में लगाई, ये कहने लग रहे खराब हो रखा है। जब भी कोई खराब हो जाता है हाईवे पे गाड़ी या ट्रक जब भी खराब होते हैं तो उसके पीछे जो वार्निंग वाले हैं वो बॉक्स, वो नेशनल हाईवे वाले वो खुद ला के रख देते हैं और खुद भी ये कहते हैं एक्सीडेंट हो रखा है, कोई बंदा वहाँ पे मौजूद होता है। एक बात ये जो सबसे इम्पोर्टेंट बात यह है, जो गाड़ी पूरी ख़त्म हो रखी है। आप ये देखो, उन्होंने बताया कि टॉप गियर में गाड़ी लगी हुई थी, और वो गाड़ी जो उन्होंने बताया है 120, 100, 120 और 140 की स्पीड में गाड़ी लगी है, और टॉप गियर में जो गाड़ी थी वो रुकी हुई है। अगर इतनी स्पीड में 50 की स्पीड से भी ज़्यादा अगर कोई भी गाड़ी एक्सीडेंट होती है, कुछ भी लगता है, तो सबसे पहले जो बैठे होते हैं आगे उनका सिर सामने लगता जाके। पूरी गाड़ी खत्म हो रखी है, पूरी गाड़ी के अंदर बल्ड है, छींटे लगे हुए हैं। इसमें ये बताओ, वो लड़की जो बैठी हुई है उसके अंदर, उस लड़की का कोई सिर कहीं पे लगा नहीं हुआ, आगे पीछे बैक साइड में सब जगह बल्ड लगा है, तो उस लड़की के पूरी बॉडी पे एक भी खून का निशान नहीं है। एक्सीडेंट से, मैं आपको गाड़ी के सारे फोटो दिखाऊंगा, एक्सीडेंट से जैसे गाड़ी खत्म हो रखी है, एक्सीडेंट से हम कैसे भी उसको ये नहीं कह सकते वो लड़की गाड़ी के अंदर मौजूद थी। एक्सीडेंट से नहीं है, वो लड़की उस गाड़ी के अंदर किसी भी एंगल से नहीं लगती वहाँ पे मौजूद होगी, क्योंकि गाड़ी फोल्ड होके पिछली सीट तक आ रखी है। जब आदमी वहाँ बैठता है सबसे पहले गाड़ी फोल्ड होगी तो पैरों पे भी चोट लगेगी। 120 की स्पीड में अगर गाड़ी लगती है तो सिर सबसे पहले सामने फ्रंट पे जाके टकराएगा।
उसको चोट लगनी है, स्वाभाविक है। शीशे फूट रहे हैं, शीशा भी लगेंगे, शीशे लगेंगे, पूरी बॉडी पे कोई भी खरोच तक उसको नहीं लगी है। और बहुत सारी चीज़ें हैं उसमें दिखाएगा, बाद में ये भी बताएगा कि बोतल मिली है शराब की। अब ये बताओ, अगर बोतल शराब की बोतल मिली है, जैसे सीट पे दिखाएगा, अगर 120 की 100 की स्पीड में गाड़ी अगर लगेगी तो बोतल सीट पे कैसे रह जाएगी? क्या वो बोतल सीट के ऊपर ही रखी रह जाएगी, वो हिलेगी नहीं कहीं भी? दीप जिस तरह से, देखो मैं अपना फोटो दिखा दूं, पहले आप एक बार देख लीजिए। बिल्कुल आपके पास व्हाट्सएप भी कर दूंगा। दीप जैसे वहां लग के गाड़ी के बिल्कुल पिछली सीट ऐसे कैसे, छत ऐसे फोल्ड होके ऐसे कैसे लेके पीछे उसको डाल रखा है, अगली सीट भी ऐसे हो रखी है, जैसे अगली दोनों सीट हैं, उसके अंदर बंदा बैठ के बाहर नहीं निकल सकता। तो लड़की अगर उसके अंदर होती, जब वो पूरा फोल्ड हो रखा है, क्या उसके पैर, ऐसा क्या होगा उसके पैर सेफ है? या ऐसा क्या होगा जब पूरी गाड़ी में बल्ब लगा, पिछली साइड में बल्ब लगा, साइड लेफ्ट राइट फ्रंट बैक बल्ब लगा, उस लड़की के पूरी बॉडी पे कोई खरोच नहीं है, या इतनी स्पीड में लगने के बाद वो फ्रंट से नहीं टकराई, कितने भी फोर्स हो, हमें कोई पीछे से भी खींच लेना, बेल्ट सीट बेल्ट भी लगी हो, इतनी स्पीड से वो भी उससे फोर्स होने के बाद आगे लग जाते। जब सीट के और गाड़ी के बीच में गैप ही नहीं है, बिल्कुल ऐसे चिपका हुआ, तो लड़की के हाथ पैर और वो चीज़ कैसे सेफ है? एक्सीडेंट से इस चीज़ से कैसे भी नहीं लगता कि वो लड़की उस गाड़ी के अंदर मौजूद थी। एक चीज और क्लियर कर देना चाहते हैं, मैं ये कहना चाहता हूँ, वो बताओ ना आप मौके पे। हमारे भाई का एक्सीडेंट नहीं, साजिश से मर्डर हुआ। उसकी जांच होनी चाहिए, उसकी जांच होनी चाहिए और उस चीज़ को सामने लेके आना चाहिए। और ट्रक का जो रजिस्ट्रेशन नंबर है, उस ट्रक का रजिस्ट्रेशन कोई कहीं नहीं है, जो उस पर नंबर लिखा हुआ है। मैंने अपनी लाइव ही चलाई है, वहाँ जाते जब एक्सीडेंट हुआ, उस पूरी गाड़ी के अंदर कोई भी दारू की कोई बोतल नहीं है, आपको वीडियो भी भेजूंगा मैं। तो उसके बाद से उसमें दारू की बोतल कैसे आ गई? जब पुलिस से पूछा गया, जब मीडिया ने वहाँ पे पूछा, बोला ये बताओ जी उस लड़की के बारे में, बोला लड़की की हालात ऐसी नहीं है कि वो कुछ बता पाए। उसके 2 मिनट बाद उसकी वहाँ पे इतनी पुलिस फोर्स है, खुद एसपी वहाँ पे मौजूद हैं, अधिकारी वहाँ पे मौजूद, 2 मिनट बाद वीडियो आ जाती है, वो सब कुछ बताती है, फ़ोन चलाने लग रही। क्या वो 2 मिनट में 5 मिनट में वो लड़की इतनी फास्ट टेक्नोलॉजी इनके पास है, क्या वो यहाँ से बाई एयर वो अमेरिका से या किसी कंट्री से ठीक करके उसको यहाँ ले आए? ये कहाँ तक का हो? ये सबसे बड़ी बात ये देखो, जहाँ पे वो लड़की बैठी है, दीप बैठा है बाई के पिछली सीट पे, और उस पे पीछे के पीछे ऐसे ब्लड के छींटे गए हुए हैं। क्या वो आगे बैठी है, उसके कोई ब्लड का खून का कोई छींटा नहीं लगेगा उस लड़की के ऊपर? या कोई उस पर शीशा कांच टूटा हुआ कोई कांच नहीं लगेगा? या वो आगे सामने नहीं टकराएगी? ये साजिश हुई है, जैसे गाड़ी एक्सीडेंट हुई है, जैसे गाड़ी खत्म हो रखी है, इससे ये बिल्कुल ये है वो लड़की उस गाड़ी के अंदर मौजूद नहीं थी। ਬਿਲਕੁਲ ਇਹ ਕੋਈ ਅਜਾਈ ਮੌਤ ਨਹੀਂ ਹੈ, ਇਹ ਕਤਲ ਹੀ ਅਸੀਂ ਇਹਨੂੰ ਮੰਨਾਂਗੇ। ਪਰ ਸਭ ਤੋਂ ਸ਼ਰਮਨਾਕ ਗੱਲ ਇਹ ਲੱਗੀ ਕਿ ਬਾਕੀ ਪਾਰਟੀਆਂ ਦਾ, ਅਸੀਂ ਕੱਲ ਘੰਟੇ ਬਾਅਦ ਚੈੱਕ ਕਰਦੇ ਰਹੇ, ਬਾਕੀ ਪਾਰਟੀਆਂ ਵੱਲੋਂ ਕਿਸੇ ਸੀਐਮ ਕਿਸੇ ਕੈਂਡੀਡੇਟ ਵੱਲੋਂ ਕੋਈ 2 ਸ਼ਬਦ ਨਹੀਂ। ਚਲੋ ਠੀਕ ਹੈ, ਦੀਪ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਦੀਪ ਕਿਸਾਨੀ ਦੀ ਗੱਲ ਕਰਦਾ ਸੀ, ਦੀਪ ਹੱਕਾਂ ਦੀ ਗੱਲ ਕਰਦਾ ਸੀ। ਦੂਸਰੀਆਂ ਪਾਰਟੀਆਂ ਨੂੰ ਘੱਟੋ ਘੱਟ ਇੱਕ ਅਦਾਕਾਰ ਦੇ ਤੌਰ ਤੇ ਤਾਂ ਅਫਸੋਸ ਹੋਣਾ ਚਾਹੀਦਾ ਸੀ। ਜਦ ਇਹ ਸਾਰਾ ਕੁਝ ਦੇਖਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਜ਼ਿੰਮੇਵਾਰ ਮੰਨਦੇ ਹਾਂ। ਜਿਵੇਂ ਸਾਡੇ ਪਹਿਲਾਂ ਪੁੱਤ ਮਰਵਾਏ ਜਾਂਦੇ ਸੀ, ਹੁਣ ਸਿਰਫ ਤਰੀਕਾ ਹੋਰ ਹੋ ਗਿਆ। ਜਿਹੜਾ ਪੰਜਾਬ ਜਾਂ ਪੰਜਾਬੀਅਤ ਦੇ ਲਈ ਗੱਲ ਕਰੂਗਾ ਉਹ ਪੁੱਤ ਐਵੇਂ ਹੀ ਮਰਵਾਏ ਜਾਣਗੇ। ਸੋ ਇਹ ਅਜਾਈ ਮੌਤ ਨਹੀਂ ਹੈਗੀ, ਇਹ ਸੱਚੀ ਕਤਲ है। उसने वीडियो भी डाल रखी है, सरकार ने मेरे पीछे बंदे ला देने, मार देंगे। ये वीडियो आप सबने देखी होगी, पहले वीडियो भी डाल रखी है। और उसने पहले भी कई बार ये बताया कि मेरे साथ सरकार कुछ भी करवा सकती है। ਤੇ ਅਸੀਂ ਇਹਦੇ ਵਿੱਚੋਂ ਗਦਾਰਾਂ ਨੂੰ ਵੀ ਦੋਸ਼ੀ ਮੰਨਦੇ ਆ, ਜਿਹੜੇ ਗਦਾਰਾਂ ਨੇ ਜਦੋਂ ਬਾਈ ਦੀਪ ਕੁੰਡਲੀ ਦੇ ਬਾਰਡਰ ਤੇ ਬੈਠਾ ਸੀ ਤੇ ਉਹਨੂੰ ਗਦਾਰ ਐਲਾਨਤਾ ਸੀਗਾ, ਤੇ ਉਹ ਸਰਕਾਰੀ ਪਿੱਠੂ ਜਿਨ੍ਹਾਂ ਨੇ ਇਹ ਕਹਿਤਾ ਸੀਗਾ, ਸਰਕਾਰੀ ਪਿੱਠੂ ਜਾਂ ਸਰਕਾਰੀ ਚਮਚੇ ਜਿਨ੍ਹਾਂ ਨੇ ਬਾਈ ਦਾ ਸਮਾਜਿਕ ਬਾਈਕਾਟ ਕਰਨ ਤੱਕ ਮਜਬੂਰ ਕਰਤਾ ਸੀਗਾ, ਉਹ ਸਾਰੇ ਹੀ ਇਹਦੇ ਪਿੱਛੇ ਨੇ। ਕਿਉਂਕਿ ਉਹ ਚਾਹੁੰਦੇ ਹੀ ਨਹੀਂ ਸੀਗੇ ਕਿ ਦੀਪ ਵਰਗਾ ਬੰਦਾ ਤੁਰੇ। ਪਰ ਮੈਂ ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਉਹ ਤੋਰ ਕਦੇ ਤੋਰੀ ਨਹੀਂ ਸਕਦੇ। ਬਾਈ ਦੀਪ ਦਿਲਾਂ 'ਚ ਜਿੰਦਾ ਰਹੂਗਾ, ਤੇ ਇਹ ਜਿਹੜਾ ਪੰਜਾਬ ਆ ਨਾ, ਇਹ ਪੰਜਾਬ ਬਣ ਕੇ ਹੀ ਰਹੂਗਾ, ਇਹ ਨਵਾਂ ਰੂਪ ਲੈ ਕੇ ਹੀ ਰਹੂਗਾ। ਕਿਉਂਕਿ ਗਿੱਦੜਾਂ ਦੇ
ਗਿੱਦੜਾਂ ਦੇ ਮਾਰਿਆ ਤੇ ਕੁਝ ਨਹੀਂ ਹੁੰਦਾ। 2-4 ਸ਼ੇਰ ਅਗਰ ਉਹ ਮਾਰ ਵੀ ਲੈਣਗੇ, ਗਿੱਦੜ ਗਿੱਦੜ ਹੀ ਰਹਿਣਗੇ। ਇਹ ਮੈਸੇਜ ਦੇਣਾ ਚਾਹੁੰਦੇ ਆ। ਬਾਕੀ ਪਾਰਟੀਆਂ ਦਾ ਜਿਵੇਂ ਚੁੱਪ ਜਾਂ ਮੌਨ ਵਰਤ ਔਰ ਰੱਖ ਕੇ ਬੈਠੇ, ਇੱਥੋਂ ਪਤਾ ਹੀ ਲੱਗਦਾ ਕਿ ਸੈਂਟਰ ਦੀ ਜਿਹੜੀ ਡੁਗਡੁਗੀ ਆ, ਜਿਹੜਾ ਉਹ ਮਦਾਰੀ ਬੈਠਾ ਹੈ, ਉਹ ਇੱਕ ਬਾਂਦਰਾਂ ਨੂੰ ਕਿਵੇਂ ਨਚਾਉਂਦਾ। ਅਸੀਂ ਸਾਰੇ ਉਹਨਾਂ ਨੂੰ ਬਾਂਦਰ ਹੀ ਕਵਾਂਗੇ। ਸੂਰਮਿਆਂ ਦਾ ਕਤਲ ਕਰਨ ਨਾਲ ਕੁਝ ਨਹੀਂ ਹੋਣਾ, ਪਰ ਇਹ ਅਜਾਈ ਮੌਤ नहीं है, सच्ची एक कत्ल है। एक जैसे दीप सिद्धू भाई के ना, जैसे उसके साथ जो लड़की बैठी थी, कई सारी चीज़ें हैं। एक तो उसके जो कॉल डिटेल थी, किस किस के संपर्क में थे, कैसे कैसे। हमारा सबसे ज़्यादा शक, देखो बयान कुछ भी आए हो, हमारा फ़र्ज बनता है, हमारा भाई था, हमारे बीच में साथ रहा, आंदोलन में साथ रहे, हमारे भाई की आवाज़ उठाएं। कई सारी चीज़ें होती है, परिवार पे भी प्रेशर आ जाता है, और भी कई चीज़ें प्रेशर आ जाता है, परिवार नहीं बोल पाता, और भी कई चीज़ें होती हैं। लेकिन कॉल डिटेल से भी पता लग जाएगा, कॉल डिटेल से, और कि किस किस के संपर्क में कैसे कैसे बात हुई है, और उससे लड़की से भी जांच पूछताछ होनी चाहिए। और इसमें एक बड़े लेवल की, ये ऐसे नहीं होना। और बाकी मेरे को नहीं लगता इसमें सरकार जांच करा पाएगी, क्योंकि जज लोया जैसे बड़े बड़े जज, और पता नहीं इस देश के अंदर आवाज़ उठाने वाले कितने लोगों को मार दिया, कत्ल कर दिया गया, लगता नहीं इसकी जांच हो पाएगी। देखो ये इसमें इसके जैसे इसको दबाया जा रहा है, इसमें सरकार जिम्मेदार है। नहीं तो सामने करके पूरी उसकी डिटेल निकलवाते हैं किसके संपर्क में थे। और लड़की उस गाड़ी में मौजूद, आधी गाड़ी खत्म हो रखी है, तो आप कैसे मान सकते हो लड़की उस गाड़ी के अंदर मौजूद थी? मैं 25 से 30 मिनट बाद पहुंच गया। मैं वहाँ रोहतक से कैंप ही पहुंचा, पीपली के ऊपर एक्सीडेंट हुआ। उस टाइम पे उसको गाड़ी को, ऐसे फंसी हुई गाड़ी को क्रेन से हटा के उसको दूसरी तरफ रखा गया। ਜਦੋਂ ਤੁਸੀਂ ਆਏ ਹੋ ਚੁੱਕਿਆ ਸੀ ਉਹ ਗੱਡੀ दूसरी तरफ चली गई थी। गाड़ी नहीं, उसी सेकंड रो पे थी, और गाड़ी कम से कम 100-120 मीटर वो रखी है, लंबी ऐसे चली हुई है। वहाँ पे तो ये तक किया पुलिस ने, वहाँ पे जैसे मिलने जाने के लिए डेड बॉडी तक की। और उसके बाद हम वीडियो वगैरह, पुलिस ने इतना क्या मजबूरी होगी पुलिस की, क्या उस बात को छुपाना पड़ रहा है? भाई अगर एक्सीडेंट हुआ है, गाड़ी है, यहाँ पे वीडियो फोटो लोग लेना चाह रहे हैं, आप इतना ही करो, उसके अंदर कोई गलत चीज़ ना रख दे। ऐसा क्या जरूरत पड़ी उसको सबूतों तक? हम अगर परिवार का सदस्य, हमारा भाई है, हम तो देखेंगे गाड़ी के अंदर कैसा क्या हुआ, गाड़ी तक, उसके अंदर वीडियो तक के पुलिस फोर्स लगा के उन चीज़ों को दबाने की कोशिश की गई। क्या कारण रहा? किसानी अंदोलन जितने ਦੇ ਲਈ ਤੁਸੀਂ ਦਿੱਲੀ ਧਰਨਾ ਲਾਇਆ ਬਹੁਤ ਵੱਡਾ। हाँ जी। ਕੀ ਤੁਹਾਨੂੰ ਉੱਥੇ ਸੰਘਰਸ਼ ਨਹੀਂ ਸੀ ਕਰਨਾ ਚਾਹੀਦਾ ਦੀਪ ਸਿੱਧੂ ਲਈ ਉੱਥੇ, ਜਾਂ ਤੁਸੀਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਦੇ ਕੇ ਇੱਥੇ ਫਤਿਹਗੜ੍ਹ ਸਾਹਿਬ ਜ਼ਰੂਰੀ ਸਮਝਿਆ? देखो ਕਾਨਫਰੰਸ ਕਰਨਾ। मैं किसान आंदोलन की बताऊं, टिकरी बॉर्डर का सबसे पहला टेंट मैंने लगा था। 3 पर्चे में क्वेश्चन ये पूछ रहे हैं आप यहाँ क्यों आए हो, ये बताओ। ये बात ये हुई, मान साहब से संपर्क हुआ, हमने मान साहब को बोला कि हमने अपने भाई की जांच चाहिए, आप आवाज़ उठाओ। किसी पार्टी ने आवाज़ नहीं उठाई, तो मान साहब ये बोले कि आपके साथ खड़े, आपकी आवाज़ उठाएंगे, बताओ कहाँ आपका साथ देना। हमने तो सबसे संपर्क किया। और भी पार्टियाँ हैं, कितनी पार्टियाँ, किसी ने क्या, एक ने भी ये लिखा कि इसकी जाँच होनी चाहिए? क्या साजिश नहीं थी? क्या किसी पार्टी का फर्ज नहीं बनता इस आवाज़ को उठाओ या नहीं? किसी ने एक बार भी ट्वीट भी किया हो तो एक भी नेता बता दो किसी भी पार्टी का, हम तो उसी के साथ, उसी के पास तो जाएंगे जिसको हमें लगेगा ये हमारी आवाज़ उठा सकता है, उसी से तो। ਇਹਨਾਂ ਨੇ ਕੱਲ ਰਾਤੀ ਕੰਟੈਕਟ ਕੀਤਾ ਅਮਨ ਹੋਰਾਂ ਨੂੰ, ਮੈਨੂੰ ਵੀ ਜੀ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਕੋਈ ਗੱਲ ਨਹੀਂ ਸੁਣ ਰਿਹਾ। ਤੇ ਮੈਂ ਕਿਹਾ ਤੁਸੀਂ ਹੁਣ ਇਲੈਕਸ਼ਨ ਬਿਜ਼ੀ ਹੈ, ਤੁਸੀਂ ਆ ਕੇ ਕੱਲ ਸਾਡੇ ਨਾਲ ਇੱਥੇ ਗੱਲ ਕਰੋ। ਫਿਰ ਆ ਕੇ ਜਿਵੇਂ ਇਹਨਾਂ ਨੇ ਸਾਨੂੰ ਫੈਕਟ ਦੱਸੇ, ਫਿਰ ਅਸੀਂ ਸੋਚਿਆ ਠੀਕ ਸਮਝਿਆ ਵੀ ਪ੍ਰੈਸ ਨੂੰ ਹੀ ਦੱਸਿਆ ਜਾਵੇ ਵੀ ਇਹ ਉੱਥੋਂ ਇਹ ਕੋਸ਼ਿਸ਼ ਕਰਕੇ ਆ ਗਏ, ਇਹਨਾਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਹਰਿਆਣਾ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਨਾ, ਕੋਈ ਬੰਦਾ ਮੌਜੂਦ ਸੀਗਾ ਜਿਹਨੇ ਕਿਹਾ ਹੋਵੇ ਕਿ ਹਾਂ ਜਦੋਂ ਹਾਦਸਾ ਹੋਇਆ ਮੈਂ ਉਸ ਵੇਲੇ ਉੱਥੇ ਸੀਗਾ, ਜਿਹੜੇ ਡਰਨਾ ਸਾਹਮਣੇ ਨਹੀਂ ਆਇਆ ਹੈਗਾ, ਮਤਲਬ ਪਰ ਤੁਹਾਨੂੰ ਕੋਈ ਗੱਲ ਦੱਸੀ ਹੋਵੇ ਉਸ ਵੇਲੇ ਵੀ ਸਾਰਾ ਕੁਝ ਹੋਇਆ ਕੀ ਹੈ? ਕਿਉਂਕਿ ਕੋਈ ਕਹਿ ਰਿਹਾ ਟਰੱਕ ਖੜਾ ਸੀ, कोई कहना ट्रक चल रहा सीगा, अगले ब्रेक मारती। 3 बयान अलग अलग आए हैं वहाँ पे। ये देखो वहाँ पे मौजूद जो था, वो लड़की खुद फ़ोन करके मीडिया वालों को बुलाती है, उसे पता लगता है दीप सिद्धू है इसके अंदर। उसके बाद एसपी बयान देता है, ट्रक खड़ा हुआ था, खराब था, उसके अंदर लगे। उसके बाद एसएचओ बयान देता है, चलते ट्रक में लगी। अधिकारी जैसे उनकी क्या मजबूरी होगी जो अलग अलग उन चीज़ों को दबाने लग रहे, छुपाने लग रहे। वहाँ पे ऐसा कोई आदमी नहीं देखा वहाँ पे, जिस तरह ये कहे वहाँ पे पुलिस को छोड़ के कोई मौजूद ही नहीं। और पुलिस की क्या मजबूरी होगी, पुलिस उसके पास किसी को जाने नहीं दे रही। ऐसे एक्सीडेंट हो जाते हैं, 2-2 दिन लाशें पड़ी रहती है रोडों पे, किसी को फर्स्ट एड देने वाले लोग नहीं मिलते। ऐसे ऐसे उनकी क्या मजबूरी होगी जिनको वहाँ से लेकर वहाँ तक सभी सबूतों के अंदर वहाँ किसी को पास नहीं आने दिया। क्या रहा? तो इसमें पूरा सरकार का हाथ है। अगर सरकार चाहती तो उस टाइम पे पूरी जांच सभी चीज़ें बाहर आनी थी उसकी।
सर शॉर्ट में बता दो, शॉर्ट से भाई लंबा चलेगा, हम स्पॉटिंग का सामने के फ्रंट में एक मिनट जी इंट्रोडक्शन देके ना जी सारी दस दियो कि हाँ जी इंट्रोडक्शन ब्रीफ से सुना सर 2 मिनट से 2.5 मिनट की बाइट बना लो 2 मिनट के अंदर पहले अपने इंट्रोडक्शन सर इंट्रोडक्शन देके अपने नाम तो शुरू कर लीजिए। हाँ हाँ इंट्रोडक्शन करके आप यहाँ क्यों आए हैं और क्या वाक्य है सर हम खुशी करता ले हो तो गया सर हम खुशी कर लिया ना। हाँ जी भाई आ जाओ इधरों आ जाओ जरा कोई रहना इधरों आ जाओ हाँ जी सर। मैं धर्मेंद्र हुड्डा हरियाणा रोहतक से। और परसों जो एक्सीडेंट हमारे भाई का हुआ है उसको लेके मैंने मान साहब से बात की कल। देखा कि जितनी भी पार्टियां हैं, राजनीतिक पार्टियां और जो भी आदमी हैं, जब सरेआम ये दिखने लग रहा है हमारे भाई को साजिश के तहत उसका मर्डर हुआ है, साजिश हुई है, तो मैंने बात की कि मेरे पास वीडियो है, उस टाइम के फ़ोटो मौजूद हैं जब वो गाड़ी ख़त्म हो रखी थी और सब कुछ वो चीज़ें थी। तो मैंने मान साहब से किया और उसको लेके मैंने प्रेस कॉन्फ्रेंस यहाँ की है। अच्छा आप क्या समझते हो इस एक्सीडेंट को, आप क्या समझते हो? एक्सीडेंट नहीं है, साजिश है। की डिमांड की है ਤੁਹਾਡੀ? इसकी जांच होनी चाहिए सिटिंग जज से और किसी बड़े अधिकारी से लेके या इसकी सीबीआई तक इसकी जांच होनी चाहिए। ये देखो जब आधी गाड़ी ख़त्म हो रखी है, आधी गाड़ी ख़त्म होने के बाद कोई बंदा कैसे बच गया, उसको कहीं स्क्रैच नहीं है, खून का धब्बा नहीं है, पूरी गाड़ी में धब्बे और बहुत सारी चीज़ें हैं। और अधिकारी, पुलिस अधिकारी और वहाँ मौजूद आदमी अलग अलग बात बताने लग रहे। अधिकारी वहाँ पे उसके पास लोगों को नहीं जाने दिया और उसके